ਪਿਛਲੇ ਸਾਲ ਜੂਨ ਦੀ 21 ਤਰੀਕ ਨੂੰ ਯੂਐਨ ਵੱਲੋਂ ਇੰਟਰਨੈਸ਼ਨਲ ਡੇ ਆਫ ਯੋਗਾ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਇਹ ਦਿਨ ਬੜੇ ਜਜ਼ਬੇ ਦੇ ਨਾਲ ਮਨਾਇਆ ਗਿਆ। ਇਸੇ ਤਰ੍ਹਾਂ ਇਸ ਸਾਲ ਵੀ ਇੰਟਰਨੈਸ਼ਨਲ ਡੇ ਆਫ ਯੋਗਾ ਦੇ ਮੌਕੇ ਉੱਤੇ ਸਰੀ ਦੇ ਲక్ష్ਮੀ ਨਾਰਾਇਣ ਮੰਦਿਰ ਵੱਲੋਂ ਇਹ ਦਿਨ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਜ਼ੀ ਟੀਵੀ ਕੈਨੇਡਾ ਵੱਲੋਂ ਵੀ ਇਸ ਦਿਨ ਵਿੱਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਜ਼ੀ ਟੀਵੀ ਕੈਨੇਡਾ ਦੀ ਸ਼ਰਟਸ ਪਾ ਕੇ ਹੀ ਇੱਥੇ ਸਭ ਯੋਗਾ ਕਰ ਰਹੇ ਹਨ। ਅੱਛਾ, ਜਿਹੜਾ ਅੱਜ ਦਾ ਫੰਕਸ਼ਨ ਹੈਗਾ ਅਸੀਂ ਕਰ ਰਹੇ ਹਾਂ ਕਿ ਮੰਦਿਰ ਵਿੱਚ ਜੀ, ਅਸੀਂ ਪਿਛਲੇ ਸਾਲ ਵੀ ਕੀਤਾ ਸੀਗਾ। ਅੱਜ ਹੈਗਾ ਇੰਟਰਨੈਸ਼ਨਲ ਯੋਗਾ ਡੇ ਜੀ, ਜਿਹੜਾ ਕਿ ਸਾਰੇ ਦੁਨੀਆ ਨੂੰ ਡਿਕਲੇਅਰ ਕੀਤਾ ਹੈਗਾ ਵੀ 21 ਆਫ ਜੂਨ ਜਿਹੜਾ ਹੈਗਾ ਉਹ ਇੰਟਰਨੈਸ਼ਨਲ ਯੋਗਾ ਡੇ ਹੈ। ਅਸੀਂ ਉਹਦੀ ਖੁਸ਼ੀ ਵਿੱਚ ਉਹਦੀ ਚੀਜ਼ ਵਿੱਚ ਇਹ ਇੰਟਰਨੈਸ਼ਨਲ ਯੋਗਾ ਪਿਛਲੇ ਸਾਲ ਹੀ ਮੰਦਿਰ ਮਨਾਇਆ ਸੀਗਾ ਤੇ ਇਸ ਸਾਲ ਹੀ ਮਨਾ ਰਹੇ ਹਾਂ ਜੀ। ਇਹਦਾ ਜਿਹੜਾ ਸਾਡੇ ਇਸ ਫੰਕਸ਼ਨ ਵਿੱਚ ਕੀ ਹੈਗਾ, ਅਸੀਂ ਹਰ ਵਾਰੀ ਪਿਛਲੀ ਵਾਰ ਵੀ ਸਪੈਸ਼ਲ ਬੰਦਾ ਬੁਲਾਇਆ ਸੀ ਜੀ ਇੰਡੀਆ ਤੋਂ। ਇਸ ਵਾਰ ਵੀ ਅਸਲੀ ਪੰਜੇ ਆਏ ਹੈਗੇ ਆ ਜਿਹੜੇ ਕਿ ਇੰਡੀਆ ਤੋਂ ਆਏ ਹੈਗੇ ਸਪੈਸ਼ਲ ਯੋਗਾ ਵਾਸਤੇ ਆਏ ਇੱਥੇ, ਅਤੇ ਨਾਲ ਸਾਨੂੰ ਇੱਥੇ ਪੰਜਰੀ ਯੋਗਾ ਅਤੇ ਉਹ ਸਾਰਿਆਂ ਦੀ ਸਪੋਰਟ ਵੀ ਨਾਲ ਹੈਗੀ ਆ। ਅਤੇ ਇਹ ਜਿਹੜਾ ਫੰਕਸ਼ਨ ਅਸੀਂ ਬੜੀ ਧੂਮਧਾਮ ਨਾਲ ਮਨਾ ਰਹੇ ਹੈਗੇ ਆ। ਜਿਹੜਾ ਤੁਸੀਂ ਦੇਖ ਰਹੇ ਹੋ ਕਰਾਊਡ ਕਾਫੀ ਹੈਗੀ ਆ, ਕਾਫੀ ਗੁੱਡ ਸਕਸੈਸਫੁਲ ਹੈਗਾ ਅਗਲੇ ਸਾਲ ਨਾਲ ਪਿਛਲੇ ਸਾਲ ਨਾਲ ਜੀ। ਦੇਖੋ, ਜਿਹੜਾ ਇੱਕ ਸਵਸਥ ਸਰੀਰ ਹੈ ਉਹ ਤਾਂ ਹੀ ਹੈ ਜੋ ਚ ਇੱਕ ਸਵਸਥ ਮਨ ਰਹਿੰਦਾ, ਅਤੇ ਅਸੀਂ ਕਿਸੇ ਪਾਸੇ ਤਾਂ ਹੀ ਜੁੜ ਸਕਦੇ ਹਾਂ, ਮੈਡੀਟੇਸ਼ਨ ਵੀ ਤਾਂ ਹੀ ਕਰ ਸਕਦੇ ਹਾਂ, ਕੰਮ ਵੀ ਤਾਂ ਹੀ ਕਰ ਸਕਦੇ ਹਾਂ ਕਿ ਸਾਡਾ ਸਰੀਰ ਤੰਦਰੁਸਤ ਹੈ। ਸੋ ਇਟਸ ਵੈਰੀ ਇੰਪੋਰਟੈਂਟ ਟੂ ਹੈਵ ਅ ਹੈਲਦੀ ਬਾਡੀ ਟੂ ਵਰਕ ਟੂ ਡੂ ਐਨੀਥਿੰਗ। ਸੋ ਇਸ ਕਰਕੇ ਜਿਹੜਾ ਯੋਗ ਹੈ ਇਹ ਪੂਰੀ ਦੁਨੀਆ ਦੇ ਵਿੱਚ ਹੈਲਪ ਕਰਦਾ ਆਪਣੇ ਸਰੀਰ ਨੂੰ ਸਵਸਥ ਰੱਖਣ ਲਈ, ਠੀਕ ਰੱਖਣ ਵਾਸਤੇ। ਜਿੱਥੇ ਜਦੋਂ ਯੋਗ ਆਪਾਂ ਕਰਦੇ ਹਾਂ, ਮੈਡੀਟੇਸ਼ਨ ਕਰਦੇ ਹਾਂ, ਉਹਦੇ ਨਾਲ ਸਟ੍ਰੈਸ ਰਿਲੀਜ਼ ਹੁੰਦੀ ਹੈ, ਸਰੀਰ ਹਲਕਾਪਨ ਮਹਿਸੂਸ ਹੁੰਦਾ। ਔਰ ਸਾਡਾ ਇਹ ਪੁਰਾਤਨ ਇੰਡੀਆ ਦੀ ਦੇਣ ਹੈ ਔਰ ਅੱਜ ਪੂਰੀ ਦੁਨੀਆ ਨੇ ਯੋਗ ਨੂੰ ਰੈਕੋਗਨਾਈਜ਼ ਕੀਤਾ ਔਰ ਸਾਨੂੰ ਤਾਂ ਬੜਾ ਗੌਰਵ ਮਹਿਸੂਸ ਹੁੰਦਾ ਕਿ ਅਸੀਂ ਭਾਰਤੀ ਲੋਕ ਹਾਂ ਔਰ ਅੱਜ ਪੂਰੀ ਦੁਨੀਆ ਨੂੰ ਇਹਦਾ ਸੰਦੇਸ਼ਾ ਦੇ ਰਹੇ ਹਾਂ, ਯੋਗ ਦੇ ਨਾਲ ਜੋੜ ਰਹੇ ਹਾਂ। ਭਗਵਾਨ ਕ੍ਰਿਸ਼ਨ ਨੇ ਕਿਹਾ ਕਿ ਵਾਸੁਦੇਵ ਕੁਟੰਬਕਮ, ਕਿ ਸਾਰਾ ਸੰਸਾਰ ਮੇਰਾ ਆਪਣਾ ਹੀ ਪਰਿਵਾਰ ਹੈ। ਸੋ ਜੀ ਸਾਰਾ ਸੰਸਾਰ ਸਾਡਾ ਆਪਣਾ ਪਰਿਵਾਰ ਹੈ ਅਤੇ ਸਾਡਾ ਵੀ ਫਰਜ਼ ਬਣਦਾ, ਸਾਡਾ ਹਿੰਦੁਸਤਾਨੀ ਦਾ ਫਰਜ਼ ਬਣਦਾ ਕਿ ਅਸੀਂ ਸਾਰੇ ਸੰਸਾਰ ਨੂੰ ਸਵਸਥ ਰੱਖੀਏ, ਉਹ ਰੋਗ ਮੁਕਤ ਹੋਣ। ਔਰ ਯੋਗਾ ਤੋਂ ਵਧੀਆ ਹੋਰ ਕੋਈ ਚੀਜ਼ नहीं है अपने शरीर को स्वस्थ रखने लिए, रोग मुक्त होने वास्ते। योगा को इंटरनेशनल लेवल पर इसलिए रिकॉग्नाइज़ किया गया क्योंकि योग जो है वो कोई धर्म से जुड़ी हुई चीज़ नहीं है और योग से शरीर का संबंध है, मन का संबंध है, अपने जीवन के भीतर के आनंद का संबंध है। तो योग जो है किसी धर्म से रिलेटेड नहीं कर रहा है, ये हर मनुष्य का अधिकार है और हर मनुष्य का अधिकार है वो स्वस्थ रहे, प्रसन्न रहे, जीवन में सुखी रहे। तो ये सबका अधिकार है। तो योग एक उस प्रकार की प्रक्रिया है जिसको करने से लोगों को फ़ायदा हो रहा है और बिना दवाइयों के खर्चे के। योग ऐसी चीज़ है जो आराम से घर पे का आदमी कभी भी कर सकता है, उसके लिए स्पेशल टाइम लगाने की ज़रूरत नहीं है। तो योग का मतलब ही है कि जोड़ना, अपने शरीर को, मन को, अपनी आत्मा को एक साथ जोड़ना और उसको जोड़कर जो चलता है, चेतना को जोड़कर चलता है, वो आदमी स्वस्थ रहता है और प्रसन्न रहता है। तो इसलिए योग का महत्व इंटरनेशनल लेवल पर बड़ा है और इसलिए आज वर्ल्ड हेल्थ ऑर्गेनाइजेशन ने भी इस बात को समझा है कि ये चीज़ बड़ी काम की है। तो मनुष्य दूसरे रास्ते पे नहीं भटक कर वो बिना किसी खर्चे से, जो सामान्य आदमी भी है, वो अच्छी तरह से योग कर अपने जीवन को स्वस्थ और आनंदपूर्वक जी सकता है। इसलिए योग को इंटरनेशनल लेवल पर इस तरह से महत्व दिया जा रहा है। एक दिन का योग भी जो है लोगों के लिए, मोटिवेशन के लिए बहुत बड़ा काम करता है। कभी कभार जो आदमी नहीं करता है वो कभी आता है तो उसको लगता है कि नहीं, इतने सब लोग आ रहे हैं और देख रहे, कर रहे तो मुझे भी करना चाहिए। तो इसलिए मोटिवेशन भी मिलता है और उसके जीवन के अंदर में उसको भी लगता है कि नहीं, योग से कुछ ना कुछ हम प्राप्त कर सकते हैं। तो इसीलिए जैसे आज इंटरनेशनल योग डे जो यहाँ पर लक्ष्मी नारायण टेम्पल सरी के कनाडा के अंदर मनाया जा रहा है, वो भी इसी रूप में है कि हम अपनी भारतीय एक परंपरा भी मान सकते हैं, लेकिन उस रूप में कि विश्व के स्तर के ऊपर आज योग का इतना महत्व बढ़ा है तो हमें इस बात को गर्व होना चाहिए, तो हमें एक दिन मनाना चाहिए। तो इस रूप में यहाँ पर काफ़ी लोग इकट्ठा हो रहा है और कर रहे हैं, इसमें मोटिवेशन मिल रहा है लोगों को। मेनली जो भारतीय परंपरा से जो योग जो प्रचलित है वो पतंजलि योग प्रचलित है, अष्टांग योग जिसको हम कहते हैं, वो योग सब विश्व भर में प्रचलित है। लोगों ने नाम अलग अलग दे दिए हो सकते हैं, लेकिन जो मूल है वो योग की परंपरा वहीं से प्रारंभ हुई है और वहीं से चल रहा है। तो पतंजलि ने तो योग को केवल सूत्रबद्ध किया है, योग तो उससे ही पुरानी परंपरा है, केवल पतंजलि ने स्टार्ट नहीं किया है, उससे पुरानी परंपरा है। पतंजलि ऋषि ने तो उस योग के सारे सूत्र जो थे उसको कंपाइल किया और उसको समाज के सामने रखा कि भी अगर योग करना चाहते हो तो इसका ही सिस्टम है ये। तो उन्होंने सिस्टम एक प्रकार से दी, तो उसको अष्टांग योग कहते हैं, जिसके अंदर 8 स्टेप है। तो 8 स्टेप के अंदर में यम, नियम, आसन, प्राणायाम, प्रत्याहार, धारणा और ध्यान एंड समाधि, ये एक पूरा क्रम बनाया है कि आखिर में आदमी अपने भीतर की शांति को प्राप्त करना चाहता है, समाधि तक जाना चाहता है,
जहाँ पर मतलब हर प्रकार की समस्याओं से दूर होकर मुक्त होकर रह सकता है, जिसको कहते हैं आदि, व्याधि और उपाधि, और उससे परे जो एक चीज़ है उसका नाम समाधि। तो समाधि लेवल को प्राप्त करने के लिए इस योग की पूरी परंपरा को बनाया गया है। तो इसके लिए पतंजलि योग के नाम से प्रचलित है आज विश्व भर में। ਇਸ ਯੋਗਾ ਡੇ ਦੇ ਰਾਹੀਂ ਇਹਨਾਂ ਦੀ ਕੋਸ਼ਿਸ਼ ਰਹੀ ਕਿ ਅਮਨ, ਸ਼ਾਂਤੀ ਅਤੇ ਤੰਦਰੁਸਤੀ ਦਾ ਸੁਨੇਹਾ ਇੱਥੇ ਸਭ ਨੂੰ ਦਿੱਤਾ ਜਾਵੇ। ਖਾਸ ਕਰਕੇ ਮੰਦਿਰ ਵਾਲਿਆਂ ਦੀ ਇਹ ਕੋਸ਼ਿਸ਼ ਰਹੀ ਕਿ ਇੱਥੋਂ ਦੇ ਲੋਕਾਂ ਨੂੰ ਵੀ ਯੋਗਾ ਦੇ ਨਾਲ ਜੋੜਿਆ ਜਾ ਸਕੇ ਅਤੇ ਭਾਰਤ ਦੀ ਸੰਸਕ੍ਰਿਤੀ ਬਾਰੇ ਹੋਰ ਜਾਣਕਾਰੀ ਦਿੱਤੀ ਜਾਵੇ। ਰਿਸ਼ਮਾ ਜੋਹਾ, PC ਰਾਉਂਡ ਅਪ, ZTV Surrey।